ਜਿਹੜੀ ਮੁਥਾਜੀ ਨਾ ਕਰਾਈ, ਇਹ ਬਾਬਾ ਫਰੀਦ ਜੀ ਕਹਿ ਰਹੇ ਨੇ ਇਸ ਤੋਂ ਚੰਗਾ ਕਿ ਮੈਨੂੰ ਤੂੰ ਇਸ ਦੁਨੀਆ ਤੋਂ ਹੀ ਚੱਕ ਲਾ। ਸਾਡੀ ਗੱਲ ਹੁੰਦੀ ਸੀ ਸਿੱਧੀ ਰੱਬ ਦੇ ਨਾਲ। ਪੋਲੀਟੀਕਲ ਲੈਵਲ ਦੀ ਜਿਹੜੀ ਆਜ਼ਾਦੀ ਆ ਇਹ ਸਿੱਖਾਂ ਨੇ ਕਾਮਯਾਬ ਰੱਖੀ ਸੀ ਸ਼ੁਰੂ ਤੋਂ, ਜਿਹੜੀ ਹੁਣ ਸਾਨੂੰ ਅੱਜ ਕੱਲ੍ਹ ਭੰਬਲ ਭੂਸਿਆਂ ਵਿੱਚ ਫਸਾ ਕੇ ਉਸ ਰਸਤੇ ਤੋਂ ਹਟਾਇਆ ਜਾ ਰਿਹਾ। ਸਿੱਖਾਂ ਨੇ ਜਦ ਵੀ ਆਜ਼ਾਦੀ ਦੀ ਗੱਲ ਕੀਤੀ, ਗੁਰੂ ਨਾਨਕ ਸਾਹਿਬ ਨੂੰ ਜਦ ਪ੍ਰੋਟੈਸਟ ਕੀਤਾ, ਬਾਬਰ ਨੇ ਜਦ ਹਮਲਾ ਕੀਤਾ, ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਹੋਈ। ਲੋਕੀ ਕਹਿੰਦੇ ਆ ਅੱਛਾ ਪਤਾ ਹੀ ਨਹੀਂ ਹੁੰਦਾ ਸਾਨੂੰ ਆਪਣੀ ਹਿਸਟਰੀ ਦਾ। ਹਰੇਕ ਗੁਰੂ ਸਾਹਿਬਾਨ ਨੇ ਸੋਸ਼ਲ ਲੈਵਲ ਤੇ ਪੋਲੀਟੀਕਲ ਲੈਵਲ ਤੇ ਸਮੇਂ ਦੀਆਂ ਸਰਕਾਰਾਂ ਨਾਲ ਬਗਾਵਤ ਕੀਤੀ। ਜਦ ਗੁਰੂ ਅੰਗਦ ਸਾਹਿਬ ਦੇ ਕੋਲ ਹਿਮਾਯੂ ਆ ਗਿਆ, ਉਹਨੇ ਤਲਵਾਰ ਖਿੱਚ ਲਈ ਤੇ ਗੁਰੂ ਅੰਗਦ ਸਾਹਿਬ ਕਲਾਸ ਪੜ੍ਹਾ ਰਹੇ ਸੀ, ਉਹਦੇ ਵੱਲ ਮੁੜ ਕੇ ਕਹਿੰਦੇ ਇੱਥੇ ਤਲਵਾਰ ਨੂੰ ਕੀ ਕੱਢਦਾ, ਜਿੱਥੇ ਕੱਢਣੀ ਸੀ ਉੱਥੇ ਨਹੀਂ ਕੱਢੀ। ਇਹ ਬਾਦਸ਼ਾਹ ਨੂੰ ਕਹਿਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ, ਕਿਉਂਕਿ ਹਿਮਾਯੂ ਉਸ ਵੇਲੇ ਸ਼ੇਰ ਸ਼ਾਹ ਸੂਰੀ ਕੋਲ ਜੰਗ ਹਾਰ ਕੇ ਆਇਆ ਸੀ। ਇਸੇ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਦਾ ਤੁਹਾਨੂੰ ਪਤਾ, 6ਵੇਂ ਪਾਤਸ਼ਾਹ ਦਾ ਪਤਾ, 10ਵੇਂ ਪਾਤਸ਼ਾਹ ਦਾ ਪਤਾ। ਕਹਿਣ ਦਾ ਭਾਵ ਇਹ ਕਿ ਸਾਨੂੰ ਸ਼ੁਰੂ ਤੋਂ ਸਿਖਾਇਆ ਗਿਆ ਕਿ ਜਿਹੜਾ ਦਿਮਾਗ ਦੇ ਲੈਵਲ ਤੇ, ਜਿਹੜਾ ਧਰਮ ਦੇ ਲੈਵਲ ਤੇ ਆਜ਼ਾਦ ਹੋ ਜੂ, ਉਹ ਪੋਲੀਟੀਕਲ ਲੈਵਲ ਤੇ ਆਜ਼ਾਦ ਹੋਣਾ ਸਿੱਖਣਾ ਸ਼ੁਰੂ ਕਰ ਦਿੰਦਾ। ਇਸੇ ਕਰਕੇ ਜਿਹੜੀਆਂ ਜੰਗਾਂ ਗੁਰੂ ਸਾਹਿਬਾਨ ਨੇ ਲੜੀਆਂ, ਇਨਫੈਕਟ ਆਪਾਂ ਜੁਲਾਈ ਦਾ ਮਹੀਨਾ ਹੈਗਾ, ਅੱਜ 4 ਜੁਲਾਈ ਆ, 2 ਜੁਲਾਈ ਨੂੰ ਸਾਡਾ ਇੱਕ ਬਹੁਤ ਵੱਡਾ ਦਿਨ ਸੀ ਸਿੱਖ ਜਗਤ ਦੇ ਵਿੱਚ, ਉਹ ਅਕਾਲ ਤਖਤ ਡੇ ਮਨਾਇਆ ਜਾਂਦਾ। ਹੁਣ ਅਕਾਲ ਤਖਤ ਕੀ ਹੈ? 2 ਜੁਲਾਈ ਦਾ ਦਿਨ ਆ। ਅਕਾਲ ਤਖਤ ਕੀ ਹੈ? ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਇਹ ਸਿੱਖਾਂ ਦਾ ਰਾਜ ਸਿੰਘਾਸਨ ਆ। ਇਹ ਮੇਰੇ ਲਫ਼ਜ਼ ਨਹੀਂ ਹੈਗੇ, ਜਿਹੜੇ ਵੱਡੇ ਵਡੇਰੇ ਚੰਗੇ ਤਗੜੇ ਸਿੱਖ ਵਿਦਵਾਨ ਨੇ ਉਹਨਾਂ ਦੇ ਲਫ਼ਜ਼ ਨੇ। ਰਾਜ ਸਿੰਘਾਸਨ ਤੋਂ ਭਾਵ ਕੀ ਹੁੰਦਾ? ਉਸ ਵੇਲੇ ਦਿੱਲੀ ਦੀ ਇੱਕ ਹਕੂਮਤ ਸੀ ਤੇ ਉਹਦੇ ਪੈਰਲਲ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹਕੂਮਤ ਖੜੀ ਕੀਤੀ। ਭਾਵੇਂ ਤਖਤ ਕੀ ਹੁੰਦਾ? ਤਖਤ ਹੁੰਦਾ ਥਰੋਨ, ਜਿੱਥੋਂ ਆਰਡਰ ਦਿੱਤੇ ਜਾਂਦੇ ਨੇ, ਜਿਹਦੇ ਬਾਰੇ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਈ, ਕਿ ਕੁਆਲੀਫਿਕੇਸ਼ਨ ਜਿਹੜੀ ਤਖਤ ਤੇ ਜਿਹਨੂੰ ਬਿਠਾਣਾ ਉਹਦੀ ਹੋਣੀ ਚਾਹੀਦੀ ਆ। ਹੁਣ ਆਪਾਂ ਇਹਦੇ ਵੱਲ ਝਾਤੀ ਮਾਰ ਕੇ ਜੇ ਦੇਖੀਏ, ਸਿੱਖਾਂ ਦਾ 1995 ਤੋਂ ਬਾਅਦ ਅਕਾਲ ਤਖਤ ਤਾਂ ਬਹੁਤ ਵਾਰੀ ਢਾਇਆ ਗਿਆ। 18ਵੀਂ ਸ਼ਤਾਬਦੀ ਵਿੱਚ ਵੀ 6 ਵਾਰ ਢਾਇਆ ਗਿਆ ਸੀ, 1984 ਵਿੱਚ ਵੀ ਢਾਤਾ ਸੀ, ਬਟ ਸਿੱਖਾਂ ਦੀ ਸਪਿਰਿਟ ਨਹੀਂ ਕਦੇ ਢਾਈ ਸੀ। ਅਸੀਂ ਅਕਾਲ ਤਖਤ ਸਾਹਿਬ ਦਾ ਮਜ਼ਾਕ ਕਦੇ ਨਹੀਂ ਉਡਾਇਆ ਸੀ। ਬਟ ਹੁਣ ਪਿਛਲੇ 15 ਸਾਲਾਂ ਦੇ ਵਿੱਚ ਅਕਾਲ ਤਖਤ ਦੀ ਫਿਜ਼ੀਕਲ ਬਿਲਡਿੰਗ ਤਾਂ ਕਾਇਮ ਆ, ਅਕਾਲ ਤਖਤ ਦੀ ਜਿਹੜੀ ਮਰਿਆਦਾ, ਅਕਾਲ ਤਖਤ ਦਾ ਜਿਹੜਾ ਸਟੇਟਸ ਆ, ਅਕਾਲ ਤਖਤ ਜਿਹੜੀ ਅਥਾਰਟੀ ਆ, ਉਹ ਸਾਡੇ ਦਿਮਾਗੀ ਲੈਵਲ ਤੇ, ਸ਼ਰਧਾ ਦੇ ਲੈਵਲ ਤੇ ਤੋੜਨੀ ਸ਼ੁਰੂ ਕਰ ਦਿੱਤੀ ਹੈ। ਹੁਣ ਅਸੀਂ ਵੀ ਅਕਾਲ ਤਖਤ ਦਾ ਮਜ਼ਾਕ ਉਡਾਉਣਾ ਸ਼ੁਰੂ ਕਰਤਾ। ਕਿਉਂ? ਕਿਉਂਕਿ ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਈ, ਉਹ ਹੋਣਾ ਬੰਦ ਹੋ ਗਿਆ। ਕੁਆਲੀਫਿਕੇਸ਼ਨ ਨਹੀਂ ਆ ਰਹੀਆਂ ਜਿਹਨਾਂ ਨੇ ਉੱਥੇ ਬਿਠਾਏ ਜਾ ਰਹੇ ਨੇ। ਉਹ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਬੰਦੇ ਨੇ, ਉਹ ਕਿਸੇ ਸਮੂਹ ਜਗਤ ਨੂੰ, ਜਿਹੜੇ ਖਾਲਸਾ ਪੰਥ ਆ, ਉਹਨੂੰ ਰੈਪਰੈਜ਼ੈਂਟ ਨਹੀਂ ਕਰ ਰਹੇ। ਸਾਨੂੰ ਵੀ ਇਹ ਸੋਚਣਾ ਪਊਗਾ ਕਿ ਅਕਾਲ ਤਖਤ ਜਿਹੜਾ 6ਵੇਂ ਗੁਰੂ ਸਾਹਿਬਾਨ ਨੇ ਸਾਡੇ ਲਈ ਬਣਾਇਆ, ਜਿਹਦਾ ਕੰਮ ਸੀ ਕਿ ਰਿਲੀਜੀਅਸ ਤੇ ਪੋਲੀਟੀਕਲ ਲੈਵਲ ਤੇ ਲੋਕਾਂ ਨੂੰ ਆਜ਼ਾਦ ਕਰਨਾ, ਜੇ ਉਹ ਅੱਜ ਲੋਕਾਂ ਨੂੰ ਆਜ਼ਾਦ ਨਹੀਂ ਕਰ ਰਿਹਾ, ਸਾਨੂੰ ਤਵੱਜੋ ਦੇਣੀ ਪੈਣੀ। ਅਸੀਂ ਇਹ ਪਹਿਲਾਂ ਵੀ ਹੋਇਆ ਸਾਡੇ ਨਾਲ ਹਿਸਟਰੀ 'ਚ, ਕਿ ਗਲਤ ਬੰਦੇ ਆ ਜਾਂਦੇ ਸੀ। ਸਾਨੂੰ ਪਤਾ ਹੋਣਾ ਚਾਹੀਦਾ, ਸਾਡੇ ਇਤਿਹਾਸ ਵਿੱਚ ਇਹ ਵੀ ਹੋਇਆ ਇੱਕ ਵਾਰੀ ਕਿ ਜਿਹੜੇ ਜਨਰਲ ਨੇ, ਜਰਨੈਲ ਨੇ ਜਲਿਆਂਵਾਲਾ ਬਾਗ ਤੇ ਅਟੈਕ ਕਰਾਇਆ ਸੀ, ਉਹਨੂੰ ਵੀ ਅਕਾਲ ਤਖਤ ਬੁਲਾ ਕੇ ਸਰੋਪਾ ਦਿੱਤਾ ਗਿਆ ਸੀ। ਇਹ ਅੱਜ ਵੀ ਇਸ ਤਰ੍ਹਾਂ ਹੀ ਹੁੰਦਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੂੰ ਬੁਲਾ ਕੇ ਸਰੋਪੇ ਦਿੰਦੀ ਹੈ, ਟਾਈਟਲਰ ਵਰਗਿਆਂ ਨੂੰ। ਅਕਾਲ ਤਖਤ ਸਾਹਿਬ ਤੇ ਵੀ ਕਈ ਵਾਰ ਗਲਤ ਐਲਾਨ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਸ ਵੇਲੇ ਵੀ ਜਿਹੜਾ ਜਥੇਦਾਰ ਸੀ ਉਹ ਬ੍ਰਿਟਿਸ਼ ਗਵਰਨਮੈਂਟ ਦਾ ਬਿਠਾਇਆ ਹੋਇਆ ਸੀ। ਉਹਦਾ ਕੰਮ ਸੀਗਾ ਕਿ ਲੋਕਾਂ ਨੂੰ ਦਿਖਾਓ ਜੀ ਸਭ ਕੁਝ ਠੀਕ ਆ, ਇੰਗਲੈਂਡ ਵਿੱਚ ਉਹਦੀ ਫੋਟੋ ਲਾਤੀ ਅਗਲੇ ਦਿਨ। ਅੱਜ ਕੱਲ ਵੀ ਇਹੀ ਹੁੰਦਾ। ਜੇ ਸਾਡੇ ਮਤਲਬ ਦਾ ਹੁਕਮਨਾਮਾ ਆ ਜਾਵੇ ਤਾਂ ਅਸੀਂ ਕਹਿੰਦੇ ਜੀ ਅਕਾਲ ਤਖਤ ਨੂੰ ਮੰਨੋ, ਜੇ ਸਾਡੇ ਮਤਲਬ ਦਾ ਨਾ ਆਵੇ ਅਸੀਂ ਕਹਿੰਦੇ ਜੀ ਦੇਖੋ ਜਥੇਦਾਰ ਤੇ ਅਕਾਲ ਤਖਤ ਠੀਕ ਨਹੀਂ। ਅਸੀਂ ਆਪਣੇ ਆਪ ਨੂੰ ਛੋਟਾ ਕਰਨਾ ਸ਼ੁਰੂ ਕਰਤਾ, ਕਿਉਂਕਿ ਅਸੀਂ ਆਪ ਗੁਲਾਮਾਂ ਵਾਂਗੂ ਜੀ ਰਹੇ ਹਾਂ। ਨਾ ਅਸੀਂ ਅੱਜ ਪੰਥਕ ਲੈਵਲ ਤੇ ਆਜ਼ਾਦ ਆ। ਦਰਸ਼ਨ ਸਿੰਘ ਪੇਰੂਮਾਨ ਨੇ ਤੇ ਮਾਸਟਰ ਤਾਰਾ ਸਿੰਘ, ਜਿਹੜੇ ਉਸ ਵੇਲੇ ਸਾਡੇ ਲੀਡਰ ਸੀਗੇ, ਉਹਨਾਂ ਦਾ ਕਹਿਣਾ ਸੀ 1953 ਵਿੱਚ ਮਾਸਟਰ ਤਾਰਾ ਸਿੰਘ ਨੇ ਕਿਹਾ, ਕਹਿੰਦਾ ਦੇਸ਼ ਤਾਂ ਆਜ਼ਾਦ ਹੋ ਗਿਆ ਬਟ ਮੇਰਾ ਪੰਥ ਹਜੇ ਸਲੇਵ ਹੈ। ਇਹੀ ਗੱਲ ਦਰਸ਼ਨ ਸਿੰਘ ਪੇਰੂਮਾਨ ਨੇ ਕਹੀ, ਤੇ ਇਹੀ ਗੱਲ ਸਾਨੂੰ ਅੱਜ ਸਮਝਣ ਦੀ ਲੋੜ ਆ ਕਿ ਸਾਡੇ ਨਾਲ ਹੋ ਕੀ ਰਿਹਾ। ਕੀ ਅਸੀਂ ਰਿਲੀਜੀਅਸ ਲੈਵਲ ਤੇ ਆਜ਼ਾਦ ਹੈਗੇ ਆ? ਕੀ ਅਸੀਂ ਪੋਲੀਟੀਕਲ ਲੈਵਲ ਤੇ ਆਜ਼ਾਦ ਹੈਗੇ ਆ? ਇਹਨਾਂ ਦੋਵਾਂ ਦਾ ਮਤਲਬ ਇਹ ਆ ਕਿ ਬੰਦੇ ਨੇ ਜਿਸ ਲੈਵਲ ਤੇ ਗੁਰੂ ਨਾਲ ਜੁੜਨਾ, ਕੀ ਉਹ ਜੁੜ ਰਿਹਾ? ਤੇ ਗੁਰੂ ਨਾਲ ਜਿਹੜਾ ਜੁੜਦਾ ਸੀ ਉਹਦੀ ਨਿਸ਼ਾਨੀ ਇਹ ਹੁੰਦੀ ਸੀ ਉਹ ਲੋਕਾਂ ਦੇ ਹੱਕ ਲਈ ਲੜਦਾ ਸੀ। ਹੁਣ ਅੱਜ ਜਿਹੜੇ ਗੁਰੂ ਨਾਲ ਜੁੜ ਰਹੇ ਨੇ ਉਹ ਕਿਹਦੇ ਹੱਕ ਲਈ ਲੜ ਰਹੇ ਨੇ? ਕੀ ਅਸੀਂ ਜੋਗੀਆਂ ਵਾਂਗੂ ਤਾਂ ਨਹੀਂ ਬਣੀ ਜਾਂਦੇ, ਪੂਰਾ ਦਿਨ ਸਿਮਰਨ ਹੀ ਕਰਾਂਗੇ? ਸਿਮਰਨ ਕਰਨਾ, ਅਸੀਂ ਸਿਮਰਨ ਕਰਨ ਵਾਲੇ ਦੀ ਨਿਸ਼ਾਨੀ ਆ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ। ਸਾਡੇ ਲਈ ਸਿਮਰਨ ਕਰਨ ਵਾਲੇ ਨਿਸ਼ਾਨੀ ਆ ਲੋਕਾਂ ਦੇ ਹੱਕ ਲਈ ਲੜਦੇ ਸੀਗੇ। ਜਿਹਦੇ ਲਈ ਕੋਈ ਨਹੀਂ ਲੜ ਰਿਹਾ ਸੀ ਉਹਦੇ ਲਈ ਲੜਨਾ, ਅਸੀਂ ਉਹਨੂੰ ਮੰਨਦੇ ਸੀ ਕਿ ਇਹ ਆਜ਼ਾਦ ਬੰਦਾ। ਬਟ ਅੱਜ ਕੱਲ ਅਸੀਂ ਕੀ ਕਰ ਰਹੇ ਆ?
ਅਸੀਂ ਕਿਹੜੀ ਆਜ਼ਾਦੀ ਦੀਆਂ ਗੱਲਾਂ ਕਰ ਰਹੇ ਆ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਇਨਫੈਕਟ ਮੈਂ ਪਿੱਛੇ ਜੇ ਪਾਕਿਸਤਾਨ ਗਿਆ ਸੀ, ਉੱਥੇ ਮੈਨੂੰ ਲੈਕਚਰ ਕਰਨ ਲਈ ਬੁਲਾਇਆ ਸੀ ਸਾਈਂ ਮੀਆਂ ਮੀਰ ਫਾਊਂਡੇਸ਼ਨ ਵਾਲਿਆਂ ਨੇ। ਉੱਥੇ ਮੈਂ ਲੈਕਚਰ ਦੇ ਕੇ ਹਟਿਆ ਤੇ ਇੱਕ ਬਜ਼ੁਰਗ ਮੁਸਲਮਾਨ ਮੇਰੇ ਕੋਲ ਆਇਆ, ਉਹ ਮੈਨੂੰ ਆ ਕੇ ਕਹਿੰਦੇ ਕਾਕਾ ਤੇਰੀ ਗੱਲ ਮੈਨੂੰ ਅੱਜ ਬੜੀ ਜਚੀ, ਇੱਥੇ ਆਮ ਤੌਰ ਸਿੱਖ ਆਉਂਦੇ ਨੇ ਉਹ ਸਿੱਖਾਂ ਦੀ ਗੱਲ ਹੀ ਨਹੀਂ ਕਰਦੇ, ਮੁਸਲਮਾਨਾਂ ਤੋਂ ਘਬਰਾ ਜਾਂਦੇ ਨੇ। ਮੈਂ ਕਿਹਾ ਜੀ ਤੁਸੀਂ, ਕਹਿੰਦਾ ਮੈਂ ਤੈਨੂੰ ਨਾ ਇੱਕ ਗੱਲ ਦੱਸਣੀ ਹੈ, ਤੇਰੀ ਗੱਲਾਂ ਸੁਣ ਕੇ ਮੈਨੂੰ ਪੁਰਾਣਾ ਪੰਜਾਬੀ ਦੀ ਗੱਲ ਯਾਦ ਆ ਗਈ। ਉਹ ਬਜ਼ੁਰਗ ਮੁਸਲਮਾਨ ਨੇ ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਜੋ ਸਾਡਾ ਅੱਜ ਹਾਲ ਆ। ਉਸ ਵੇਲੇ ਦੀ ਗੱਲ ਕਰ ਰਹੇ ਜੋ 50 ਸਾਲ ਪੁਰਾਣੀ, ਪਰ ਅੱਜ ਵੀ ਸਾਡਾ ਇਹ ਹਾਲ ਆ। ਉਹ ਕਹਿੰਦੇ ਜਿਵੇਂ ਸਾਸੀ ਕਹਿੰਦੇ ਆ ਕਿ ਸਾਨੂੰ ਪੰਜਾਬ ਤੇ ਬੜਾ ਮਾਣ ਆ, ਸਿੱਖੀ ਤੇ ਬੜਾ ਮਾਣ ਆ, ਪਰ ਕਿਸ ਚੀਜ਼ ਤੇ ਮਾਣ ਆ, ਸਾਡੀ ਰਿਐਲਿਟੀ ਕਿੱਥੇ ਖੜੀ ਆ, ਇਹ ਗੱਲ ਇਸ਼ਾਰਾ, ਇਸ ਗੱਲ ਨੂੰ ਇਸ਼ਾਰਾ ਹੋ ਰਿਹਾ। ਉਹ ਬਜ਼ੁਰਗ ਕਹਿੰਦਾ ਹਮਾਰਾ ਵਤਨ ਵੀ ਬਹਿਸ਼ਤੇ ਬਰੀ ਆ। ਬਹਿਸ਼ਤ ਹੁੰਦਾ ਹੈਗਾ ਹੈਵਨ। ਕਹਿੰਦਾ ਸਾਡਾ ਦੇਸ਼ ਵੀ ਬੜਾ ਹੈਵਨਲੀ ਹੁੰਦਾ ਸੀ। ਕਿਵੇਂ ਸੀ? ਬਚਾ ਕੁਛ ਤੋਂ ਹਮਸਾਇਆ ਜਾਤੀ ਨੇ ਲੂਟਾ। ਪਿਛਲੇ 50 ਸਾਲਾਂ ਵਿੱਚ ਸਿੱਖਾਂ ਦਾ ਤੇ ਪੰਜਾਬ ਦਾ ਕੀ ਹੋਇਆ? 47 ਵਿੱਚ ਕਹਿੰਦੇ ਜੋ ਬਚਿਆ ਸੀ ਹਮਸਾਇਆ ਜਾਤੀ ਨੇ ਲੂਟਾ। ਭਰਾਵਾਂ ਨੇ ਇੱਕ ਦੂਜੇ ਨੂੰ ਮਾਰਿਆ ਰੱਜ ਕੇ, ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਨੇ। ਇਹੀ ਹੋਇਆ 47 ਚ। ਇਨਫੈਕਟ ਰੌਲਾ ਦਾ ਪਾਇਆ ਜਾਂਦਾ ਹਿੰਦੁਸਤਾਨ ਵਿੱਚ ਦੇਸ਼ ਦਾ ਬਟਵਾਰਾ ਹੋ ਗਿਆ। ਕਿਹੜੇ ਦੇਸ਼ ਦਾ ਬਟਵਾਰਾ ਹੋਇਆ? ਨੰਬਰ 1 ਬਟਵਾਰਾ ਹੋਇਆ ਪੰਜਾਬ ਦਾ, ਨੰਬਰ 2 ਲੈਵਲ ਤੇ ਬਟਵਾਰਾ ਹੋਇਆ ਬੰਗਾਲ ਦਾ। ਹੋਰ ਕਿਹੜਾ ਦੇਸ਼ ਆ ਉੱਥੇ? ਇਹ ਸਿੱਖਾਂ ਦੇ ਪੇਨ ਤੇ ਪੰਜਾਬੀਆਂ ਦੇ ਪੇਨ ਨੂੰ ਘੱਟ ਕਰਨ ਵਾਲੀ ਗੱਲ ਆ। ਉਹ ਜਿਹੜਾ ਕਹਿੰਦੇ ਦੇਸ਼ ਦਾ ਬਟਵਾਰਾ ਹੋਇਆ, ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ ਨੰਬਰ 1 ਲੈਵਲ ਤੇ, ਨੰਬਰ 2 ਲੈਵਲ ਤੇ ਬੰਗਾਲ ਦਾ ਹੋਇਆ ਸੀ। ਸੋ ਦੇਸ਼ ਦਾ ਬਟਵਾਰਾ ਨਹੀਂ ਹੋਇਆ, ਪ੍ਰਾਇਮਰੀਲੀ ਪੰਜਾਬੀਆਂ ਦਾ ਬਟਵਾਰਾ ਹੋਇਆ ਸੀ। ਇਸੇ ਗੱਲ ਨੂੰ ਉਹ ਕਹਿ ਰਿਹਾ ਬਚਾ ਕੁਛ ਤੋਂ ਹਮਸਾਇਆ ਜਾਤੀ ਨੇ ਲੂਟਾ। ਇੱਕ ਦੂਜੇ ਨੂੰ ਅਸੀਂ ਲੁੱਟਣਾ ਸ਼ੁਰੂ ਕਰਦਾ। ਅਸੀਂ ਇਹ ਸਿੱਖਾਂ ਦੇ ਲੈਵਲ ਤੇ ਵੀ ਅਪਲਾਈ ਕਰ ਸਕਦੇ ਹਾਂ। ਪਹਿਲਾਂ ਸਿੱਖਾਂ ਦੇ ਵਿੱਚ ਇੱਕ ਟਕਸਾਲੀ ਵੀਰ ਜੇ ਅਖੰਡ ਕੀਰਤੀ ਜੱਥੇ ਦੇ ਵੀਰ ਨੂੰ ਮਿਲਦਾ ਸੀ, ਬੜੇ ਪਿਆਰ ਨਾਲ ਤੇ ਅਦਬ ਨਾਲ ਗੱਲ ਕਰਦੇ ਸੀ। ਅੱਜ ਸਾਡਾ ਕੀ ਹਾਲ ਆ? ਅਸੀਂ ਪਹਿਲਾਂ ਇਹ ਦੇਖਦੇ ਕਿ ਉਹ ਬੰਦਾ ਕਿਹੜੇ ਲੈਵਲ ਦੀ ਸਿੱਖੀ ਤੇ ਖੜਾ। ਦੇਖੋ ਸਾਨੂੰ ਇਹ ਚੀਜ਼ਾਂ ਤੋਂ ਬਚਣਾ ਪੈਣਾ। ਸਾਨੂੰ ਜਿਹੜਾ ਮਾਰ ਰਿਹਾ ਉਹਨੂੰ ਸਮਝ ਹੈਗੀ ਆ ਕਿ ਤੁਸੀਂ ਸਿੱਖ ਹੋ ਕਿ ਨਹੀਂ ਹੋ। ਸਾਨੂੰ ਆਪਸ ਵਿੱਚ ਸਮਝ ਹੈ ਨਹੀਂ। 1984 ਤੋਂ ਲੈ ਕੇ 95 ਤੱਕ ਜਦ ਸਿੱਖਾਂ ਨੂੰ ਮਾਰਿਆ ਗਿਆ, ਜਿਹੜੇ ਸਾਨੂੰ ਮਾਰ ਰਹੇ ਸੀ ਕਿ ਉਹ ਪੁੱਛਦੇ ਸੀ ਕਿ ਅੱਜ ਤੁਸੀਂ ਕਿੰਨੀਆਂ ਬਾਣੀਆਂ ਪੜ੍ਹ ਕੇ ਆਏ ਹੋ, ਕਿ ਉਹ ਪੁੱਛਦੇ ਸੀ ਤੁਸੀਂ ਮਾਸ ਖਾਂਦੇ ਹੋ ਕਿ ਨਹੀਂ, ਕਿ ਉਹ ਪੁੱਛਦੇ ਸੀ ਤੁਸੀਂ ਕੇਸ ਵੀ ਰੱਖੇ ਨੇ ਕਿ ਨਹੀਂ, ਕਿਉਂਕਿ ਕਈ ਪੋਸਟਮਾਰਟਮ ਦੀ ਰਿਪੋਰਟ ਤੇ ਸਿਰਫ ਕੜਾ ਦੇਖ ਕੇ ਲਿਖਿਆ ਨਹੀਂ ਜਾਂਦੇ। ਜਿਹੜਾ ਮਾਰ ਰਿਹਾ ਉਹਨੂੰ ਸਮਝਿਆ ਕਿ ਸਿੱਖ ਕੌਣ ਆ। ਸਾਨੂੰ ਕਿਉਂਕਿ ਅਸੀਂ ਛੋਟੇ ਹੋ ਗਏ ਆ, ਅਸੀਂ ਗੁਲਾਮੀ ਦੇ ਲੈਵਲ ਤੇ ਵਿਚਰ ਰਹੇ ਆ, ਸਾਨੂੰ ਨਹੀਂ ਪਤਾ ਲੱਗ ਰਿਹਾ ਅਸੀਂ ਕੌਣ ਆ, ਤਾਂ ਅਸੀਂ ਇੱਕ ਦੂਜੇ ਨੂੰ ਹੀ ਮਾਰੀ ਜਾ ਰਹੇ ਆ। ਅਗਲੀ ਗੱਲ ਉਹ ਕਹਿੰਦਾ ਤਜ਼ੀਬੋ ਤਬਦਨ ਫਿਰੰਗੀ ਨੇ ਲੂਟਾ। ਜਿਹੜਾ ਸਾਡਾ ਲਾਈਫ ਸਟਾਈਲ ਆ, ਜਿਹੜਾ ਸਾਡਾ ਰਹਿਣ ਸਹਿਣ ਆ, ਕਹਿੰਦਾ ਇਹ ਅਸੀਂ ਵੈਸਟਰਨ ਸਿਵਲਾਈਜੇਸ਼ਨ ਦੀ ਕਾਪੀ ਕਰ ਰਹੇ ਆ। ਬਿਲਕੁਲ ਹੋ ਰਿਹਾ, ਅੱਜ ਵੀ ਹੋ ਰਿਹਾ। ਜਦ ਅਸੀਂ ਸਿੱਖੀ ਦੀ ਗੱਲ ਕਰਦੇ ਆ, ਅਸੀਂ ਅਮਰੀਕਨ ਪਰਸਪੈਕਟਿਵ, ਕ੍ਰਿਸਚੀਅਨ ਪਰਸਪੈਕਟਿਵ ਤੋਂ ਦੱਸਣੀ ਸ਼ੁਰੂ ਕਰ ਦਿੰਦੇ ਆ। ਸਾਨੂੰ ਬਚਣਾ ਪੈਣਾ ਕਿ ਸਾਡਾ ਲਾਈਫ ਸਟਾਈਲ ਵੀ ਬਚ ਕੇ ਰਵੇ। ਲਾਈਫ ਸਟਾਈਲ ਸਿਰਫ ਕੱਪੜੇ ਨਹੀਂ ਹੁੰਦੇ, ਲਾਈਫ ਸਟਾਈਲ ਹੁੰਦਾ ਬੰਦਾ ਸੋਚਦਾ ਕਿਵੇਂ ਆ, ਹਰ ਚੀਜ਼ ਦਾ ਜਿਹੜਾ ਜਵਾਬ ਆ ਉਹ ਡਿਵੈਲਪ ਕਿਵੇਂ ਕਰਦਾ, ਕਿਸੇ ਕੰਪਲੈਕਸ ਵਿੱਚੋਂ ਡਿਵੈਲਪ ਕਰ ਰਿਹਾ ਜਾਂ ਕਿਸੇ ਆਜ਼ਾਦ ਰੂਪ ਵਿੱਚੋਂ ਡਿਵੈਲਪ ਕਰ ਰਿਹਾ। ਕਹਿੰਦਾ ਜ਼ਬਾਨ ਕੇ ਖਜ਼ਾਨੇ ਕੋ ਹਿੰਦੀ ਨੇ ਲੂਟਾ। ਪੰਜਾਬੀ ਇੱਕ ਬਿਊਟੀਫੁਲ ਲੈਂਗੁਏਜ ਹੈ ਜਿਹੜੀ ਹਿੰਦੀ ਤੋਂ 800 ਸਾਲ ਪੁਰਾਣੀ ਆ। ਜਿਹੜਾ ਅਰਲੀਐਸਟ ਸਪੈਸੀਮਨ ਪੰਜਾਬੀ ਦਾ ਹੈਗਾ ਉਹ ਬਾਬਾ ਫਰੀਦ ਜੀ ਦਾ ਸਾਡੇ ਕੋਲ ਹੈਗਾ ਹੀ ਹੈਗਾ ਨਾ, ਉਹ 11ਵੀਂ ਸ਼ਤਾਬਦੀ ਦੇ ਮੰਨੇ ਜਾਂਦੇ ਨੇ। ਮਤਲਬ ਇਹ ਕਿ ਪੰਜਾਬੀ ਨੂੰ 900 ਸਾਲ ਹੋ ਗਏ ਨੇ ਘੱਟ ਤੋਂ ਘੱਟ, ਉਸ ਤੋਂ ਪਹਿਲਾਂ ਦੀ ਵੀ ਹੋ ਸਕਦੀ ਆ। ਹਿੰਦੀ ਦਾ ਪੋਇਟ ਕੋਈ 150 ਸਾਲ ਪੁਰਾਣਾ ਵੀ ਨਹੀਂ ਮਿਲਦਾ। ਜੋ ਕੁਝ ਪੰਜਾਬੀ ਦੀ ਖੂਬਸੂਰਤੀ ਸੀ, ਜ਼ਬਾਨ ਕੇ ਖਜ਼ਾਨੇ ਕੋ ਹਿੰਦੀ ਨੇ ਲੂਟਾ, ਉਹ ਸਾਡੇ ਜ਼ਬਾਨ ਦੇ ਮਤਲਬ ਬੋਲੀ ਦਾ ਜਿਹੜਾ ਖਜ਼ਾਨਾ ਸੀ, ਜਿਹਦੇ ਵਿੱਚ ਪੰਜਾਬ ਦਾ ਮੁਸਲਮਾਨ, ਪੰਜਾਬ ਦਾ ਹਿੰਦੂ ਤੇ ਪੰਜਾਬ ਦਾ ਸਿੱਖ ਤਿੰਨੋਂ ਨੇ ਸੈਲੀਬ੍ਰੇਟ ਕੀਤਾ ਇਸ ਲੈਂਗੁਏਜ ਨੂੰ। ਉਹ ਲੈਂਗੁਏਜ ਨੂੰ ਵੀ ਜੇ ਤੁਸੀਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਡਿਕਸ਼ਨਰੀ ਲਾਓ, ਇੰਗਲਿਸ਼ ਟੂ ਪੰਜਾਬੀ, ਉਹਦੇ ਵਿੱਚ ਮੈਥ ਦੇ ਥੱਲੇ ਦੇਖੋ ਗਣਿਤ ਲਿਖ ਰਹੇ ਨੇ। ਪੰਜਾਬੀ ਵਿੱਚ ਸਾਰੇ ਹਿਸਾਬ ਬੋਲਦੇ ਸੀ। ਕਿਸ ਤਰੀਕੇ ਨਾਲ ਜ਼ਬਾਨ ਕੇ ਖਜ਼ਾਨੇ ਕੋ ਹਿੰਦੀ ਨੇ ਲੂਟਾ, ਕਿਸ ਤਰੀਕੇ ਨਾਲ ਪੰਜਾਬੀ ਬੋਲੀ ਦਾ ਵੀ ਇੱਕ ਤਰ੍ਹਾਂ ਦੇ ਹੱਤਿਆ ਕੀਤੀ ਜਾ ਰਹੀ ਹੈ। ਅਗਲੀ ਗੱਲ ਉਹ ਕਹਿੰਦਾ ਚਮਨ ਆਪਣਾ ਗਾਂਧੀ ਕੀ ਬੱਕਰੀ ਨੇ ਲੂਟਾ। ਉਹ ਥੋੜਾ ਮਜ਼ਾਕ ਕਰ ਰਿਹਾ, ਕਹਿੰਦਾ ਗਾਂਧੀ ਕਹਿੰਦਾ ਸੀ ਦੇਸ਼ ਦਾ ਬਟਵਾਰਾ ਮੇਰੀ ਲਾਸ਼ ਭਰੋ। ਉਹ ਕਿੱਥੇ ਹੈ ਉਹਦੀ ਲਾਸ਼? ਕਹਿਣ ਦਾ ਭਾਵ ਇਹ ਕਿ ਜਦ ਪੰਜਾਬ ਹਿੰਦੁਸਤਾਨ ਦੀ ਵੀ ਆਜ਼ਾਦੀ ਹੋਈ, ਲੜਿਆ ਕੌਣ ਉਹਦੇ ਲਈ? 80 ਤੋਂ ਜ਼ਿਆਦਾ % ਸਿੱਖਾਂ ਨੇ ਉਹਦੇ ਭਾਗ ਲਿਆ। ਸਿੱਖ ਆਪਣੀ ਆਜ਼ਾਦੀ ਦੀ ਗੱਲ ਘੱਟ ਕਰਦੇ ਨੇ ਕਿਉਂਕਿ ਉਹ ਤਾਂ ਅਸੀਂ ਲੈਣੀ ਆ ਗੁਰੂ ਕੋਲੋਂ, ਉਹ ਲੋਕਾਂ ਕੋਲੋਂ ਨਹੀਂ ਲੈਣੀ ਹੁੰਦੀ। ਸਿੱਖ ਗੱਲ ਕਰਦੇ ਨੇ ਜਿੱਥੇ ਵੀ ਕੋਈ ਕਿਤੇ ਗੁਲਾਮ ਬੈਠਾ, ਭਾਵੇਂ ਉਹ ਜਿਹੜੇ ਬੰਬੇ ਤੋਂ ਜਦ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਜਾਂਦਾ ਸੀ ਬੀਬੀਆਂ ਨੂੰ 8ਵੀਂ 18ਵੀਂ ਸ਼ਤਾਬਦੀ 'ਚ, ਉਹਨਾਂ ਨੂੰ ਬਚਾਉਣਾ, ਹਿੰਦੁਸਤਾਨ ਨੂੰ ਅੰਗਰੇਜ਼ਾਂ ਕੋਲੋਂ ਬਚਾਉਣਾ, ਪੰਜਾਬੀਆਂ ਨੂੰ ਹਿੰਦੁਸਤਾਨ ਕੋਲੋਂ ਬਚਾਉਣਾ। ਪੰਜਾਬੀ ਸੂਬਾ ਮੂਵਮੈਂਟ ਜਦ ਸਾਰਿਆਂ ਨੇ ਕਹਿੰਦਾ ਪੰਜਾਬੀ ਸਾਡੀ ਬੋਲੀ ਹੈ ਨਹੀਂ, ਤੇ ਸਿੱਖਾਂ ਨੇ ਜੇ ਪਿਛਲੇ 25 ਸਾਲਾਂ ਵਿੱਚ ਪੰਜਾਬੀਆਂ ਨੂੰ ਬਚਾਉਣ ਲਈ ਹੱਕ ਦੀ ਲੜਾਈ ਲੜੀ ਹੈ, ਤੇ ਇਹਦੇ 'ਚ ਕੀ ਗਲਤ ਹੈਗਾ? ਸਿੱਖ ਦਾ ਤਾਂ ਕੰਮ ਹੀ ਹੈਗਾ
ਕਿ ਜਿੱਥੇ ਵੀ ਕਿਤੇ ਕਿਤੇ ਹੱਕ ਨਹੀਂ ਮਿਲ ਰਿਹਾ, ਜਿਸ ਦੇ ਵੀ ਉਹਦੇ ਹੱਕ ਲਈ ਲੜਨਾ। ਦਿਸ ਇਜ਼ ਵਾਟ ਗੁਰਬਾਣੀ ਟੀਚਰਸ ਆ, ਦਿਸ ਇਜ਼ ਵਾਟ ਸਿੱਖੀ ਟੀਚਰਸ ਆ। ਸੋ ਬਜ਼ੁਰਗ ਜਿਹੜੀ ਗੱਲ ਕਰ ਰਿਹਾ ਸੀਗਾ, ਉਹ ਕਹਿੰਦਾ ਸਿੱਖਾਂ ਨੇ ਹੀ ਸਾਰਾ ਕੰਮ ਕੀਤਾ।